हरमनजीत ने लिखिया है, बहुत बार पहला सुनाया, दूसरे तुहानू लोक साथ च पर शेरे पंजाब ते सुनाना चाहना। जो गोबिंद किया भला किया, होके धरती तो कुर्बान, तारा तप गया बिच समान, बने जब आब की औद निधान, जड़ा फुल सोई किरपान। निक्का जिहा बाल तीरां तलवारां नूं कस कस के पकड़दा, तां सरसा दे पानी उच्चे हो के ओदियां सर्ब समर्थ बाहां नूं निहारदे। कदे ਉਹ ਘੋੜਿਆਂ ਨਾਲ ਦੌੜਾਂ ਲੰਗਾਉਂਦਾ, ਕਦੇ ਘੋੜਿਆਂ ਤੇ ਸਵਾਰ ਹੋ ਕੇ ਤੁੰਦ ਹਵਾਵਾਂ ਨੂੰ ਮਸ਼ਕਰੀ ਕਰਦਾ। ਉਹਦੀ ਮਾਂ ਉਹਦੇ ਤੋਂ ਵਾਰੇ-ਵਾਰੇ ਜਾਂਦੀ, ਉਹ ਮਾਂ ਦੀ ਬੁੱਕਲ 'ਚ ਵੜ ਉਹਨੂੰ ਮਿੱਠੀਆਂ ਕਰਦਾ, ਉੱਚੇ-ਉੱਚੇ ਹਾਸੇ ਹੱਸਦਾ। ਉਸਦੇ ਮੌਲਕ ਤੇ ਮੁੱਢ ਨਵੇਕਲੇ ਕਰਤੱਵ ਦੇਖਣ ਵਾਲੇ ਨੂੰ ਹੈਰਾਨ ਕਰਦੇ। ਉਹਦਾ ਫਰਤੀਲਾਪਣ ਪਤਾ ਨਹੀਂ ਕਿਹੜੀਆਂ ਡੂੰਘੀਆਂ ਖੁੰਡਾਂ ਪੱਟ ਕੇ ਨਿਕਲਿਆ ਸੀ। ਉਹ ਅਨੰਦਪੁਰ ਦੀਆਂ ਧੂੜਾਂ ਨੂੰ ਆਪਣੇ ਅੰਗਾਂ ਪੈਰਾਂ ਤੋਂ ਵੱਧ ਪਿਆਰ ਕਰਦਾ। ਬਦਲੇ 'ਚ ਇਹ ਮਿੱਟੀ ਵੀ ਉਹਨੂੰ ਮੱਖਣੀ ਬਣ ਕੇ ਲੱਗੀ ਤੇ ਅਨੰਦਪੁਰ ਦੀਆਂ ਸਰਹੰਗ ਧੁੱਪਾਂ 'ਚ ਉਹਦਾ ਜੁੱਸਾ ਬੋਲਣ ਲੱਗਾ। ਕਦੇ ਕਦੇ ਉਹ ਆਪਣੀ ਮੌਜ ਵਿੱਚ ਮਹਿਲਾਂ ਤੋਂ ਦੂਰ ਨਿਕਲ ਜਾਂਦਾ। ਉਹਨੂੰ ਦੂਰ ਦੂਰ ਤੱਕ ਫੈਲੀਆਂ ਲਚਕੀਲੀਆਂ ਤੇ ਦਸਤ ਪੰਜਾ ਲੜਾਉਂਦੀਆਂ ਹਰੀਆਂ ਦਲੇਰ ਵੇਲਾਂ ਆਪਣੀ ਮਾਂ ਵਰਗੀਆਂ ਲੱਗਦੀਆਂ। ਕੋਈ ਰੁੱਖ ਉਹਨੂੰ ਰਾਜਾ, ਕੋਈ ਵਜ਼ੀਰ, ਕੋਈ ਜਰਨੈਲ ਤੇ ਕੋਈ ਮਹਾਨ ਬੁਲਾਰੇ ਜਿਹਾ ਵੀ ਲੱਗਦਾ। ਪੱਤਾਂ, ਝਾੜਾਂ, ਤਣਿਆਂ ਤੇ ਇਹਨਾਂ ਅਲੌਕਿਕ ਕਿਲਿਆਂ ਨੂੰ ਦੇਖ ਦੇਖੋ ਹੈਰਾਨ ਹੁੰਦਾ ਰਹਿੰਦਾ। ਜਪਜੀ ਸਾਹਿਬ ਦੇ ਪਾਠ ਉਹਦੀਆਂ ਅੱਖਾਂ ਮੂਹਰੇ ਖੁੱਲੀਆਂ ਧੁੱਪਾਂ 'ਚ ਘੁੰਮਣ ਲੱਗਦੇ। ਉਹ ਵਣਾਂ ਤੇ ਸਬਜ਼ ਤੇ ਬੇਬਾਕੀ ਨਾਲ ਮਹਿਕਦੇ ਮਾਹੌਲ ਨੂੰ ਦੇਖ ਕੇ ਬੋਲ ਉੱਠਦਾ, ਅਮੁੱਲ ਧਰਮ ਅਮੁੱਲ ਦੀਵਾਨ। ਵਿਰਖਾਂ ਤੇ ਝੂਠ ਦਾ ਨਦੀ ਵੱਲੀ ਹੋ ਤੁਰਦਾ। ਕਿੰਨਾ ਕਿੰਨਾ ਚਿਰ ਨਦੀ ਕਿਨਾਰੇ ਨੰਗੀ ਜ਼ਮੀਨ ਤੇ ਪਿਆ ਅਸਮਾਨ ਦੇ ਨੀਲੇ ਗੁੰਬਦਾਂ ਨੂੰ ਵੇਖਦਾ ਰਹਿੰਦਾ। ਉੱਡਦੇ ਬਾਜ਼ਾਂ ਦੇ ਨਾਲ ਆਪ ਵੀ ਉੱਡਦਾ ਰਹਿੰਦਾ। ਡੂੰਘੀਆਂ ਸੋਚਾਂ 'ਚ ਗੁਆਚਾ ਉਹ ਪਾਣੀਆਂ ਦੇ ਉਸ ਪ੍ਰਥਮ ਕਾਂਗ ਬਾਰੇ ਚਿਤਵਦਾ, ਜਿਹੜੀ ਪਹਿਲੀ ਦਫਾ ਧਰਤੀ ਤੇ ਚੜ੍ਹੀ ਹੋਏਗੀ। ਅਗਲੇ ਹੀ ਪਲ ਉਹ ਉਸ ਜੀਵ ਬਾਰੇ ਸੋਚਦਾ ਜਿਸ ਨੂੰ ਧਰਤੀ ਨੇ ਪਹਿਲੀ ਵਾਰ ਆਪਣੀ ਹਿੱਕ ਤੇ ਤੋਰਿਆ ਹੋਏਗਾ। ਹਮੇਸੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨੁਲ ਚਿਰਾਗ ਹੈ। ਜਾਪ ਸਾਹਿਬ। ਜਵਾਨੀ ਵਿੱਚ ਵੀ ਤੀਰਾਂ ਤਲਵਾਰਾਂ ਵਾਗਾਂ ਤੇ ਉਹਦਾ ਕਸਾ ਮੱਠਾ ਨਹੀਂ ਪਿਆ। ਇਸ ਪਕੜ ਵਿੱਚ ਸਗੋਂ ਇੱਕ ਸਿਆਣਪ ਰਵਾ ਹੁੰਦੀ ਗਈ, ਦੂਰ ਦ੍ਰਿਸ਼ਟੀ ਰਵਾ ਹੁੰਦੀ ਗਈ, ਇੱਕ ਗਹਿਰੀ ਚੁੱਪ ਰਵਾ ਹੁੰਦੀ ਗਈ। ਹੁਣ ਉਹ ਕਦੇ ਇਕੱਲਾ ਬੈਠਾ ਘੋੜਿਆਂ ਦੀਆਂ ਹਣਕਾਰਾਂ, ਢਾਲਾਂ, ਤਲਵਾਰਾਂ ਦੀਆਂ ਗੜਗੱਜ ਆਵਾਜ਼ਾਂ, ਤੀਰਾਂ ਦੀ ਨੰਗੀ ਬੇਬਾਕ ਚੁਸਤੀ ਨੂੰ ਅੱਖਰਾਂ 'ਚ ਅਨੁਵਾਦ ਕਰਦਾ ਤੇ ਸਤਿਗੁਰ ਕੇ ਦੀਵਾਨਾਂ 'ਚ ਰੱਖ ਆਉਂਦਾ। ਸਰਬਲੋਹ ਦਾ ਪ੍ਰਤਾਪ ਉਹਦੇ ਰਗ ਰੇਸ਼ਿਆਂ 'ਚੋਂ ਗੁਜ਼ਰਦਾ ਹੋਇਆ ਪੂਰੇ ਅਸਮਾਨ ਤੇ ਛਾ ਜਾਂਦਾ ਤੇ ਫਿਰ ਸ਼ਬਦਾਂ 'ਚ ਬੋਲਣ ਲੱਗਦਾ। ਬਾਬੇ ਬੁੱਢੇ ਦੀ ਬੀੜ ਵਿੱਚ ਜਵਾਨ ਹੋਈ ਉਹਦੇ ਦਾਦੇ ਦੀ ਕਿਰਪਾਨ ਉਹਦੇ ਲੱਕ ਨੂੰ ਹੁਣ ਪੂਰੀ ਮੇਚ ਆ ਗਈ। ਪਿਓ ਦਾਦੇ ਦਾ ਖਜ਼ਾਨਾ ਫਕੀਰ ਹੱਥਾਂ 'ਚ ਆ ਕੇ ਸੰਪੂਰਨ ਹੋ ਗਿਆ। ਬਚਪਨ 'ਚ ਜਿਨ੍ਹਾਂ ਬਿਰਖਾਂ ਨੂੰ ਦੇਖ ਕੇ ਉਹ ਬਾਵਰਾ ਹੋ ਜਾਂਦਾ, ਉਹਨਾਂ ਬਿਰਖਾਂ ਦੀਆਂ ਟੀਸੀਆਂ ਤੋਂ ਹੁਣ ਵੀ ਛਾਵਾਂ ਵੇਰਾਂ ਵਾਂਗੂ ਕਿਰਕੇ ਉਹਦੀ ਝੋਲੀ 'ਚ ਡਿੱਗ ਪੈਂਦੀਆਂ, ਜਿਵੇਂ ਰੱਬ ਦਾ ਪ੍ਰਸਾਦ ਹੋਣ। ਕਿਸੇ ਠੰਡਕ ਦੀ ਓੜ 'ਚ ਉਹਦੇ ਤੀਰਾਂ ਨੂੰ ਖੰਭ ਫੁੱਟ ਆਏ। ਚੁੰਝ ਤੇ ਲੱਗੀ ਸਿਆਹੀ ਤੇ ਦੁੱਤੀ ਫਲਸਫੇ ਬਾਹਰ ਝਾਕਣ ਲੱਗੇ। ਉਹ ਵੀ ਭਲੀ ਭਾਂਤ ਜਾਣ ਗਿਆ ਕਿ ਉਸ ਦਾ ਮਨ ਮੱਥਾ ਤੇ ਉਸਦੇ ਹੱਡ ਕੁਦਰਤ ਦੇ ਕਿਸੇ ਵੱਡੇ ਬਦਲਾਅ ਲਈ ਚੁਣੇ ਗਏ ਨੇ। ਜਦੋਂ ਉਹਦੇ ਨੈਣਾਂ 'ਚ ਤਾਰਿਆਂ ਦੇ ਮਦੀਨੇ ਉਸਰ ਗਏ, ਕਦੋਂ ਕੁੱਲ ਧਰਤ ਦੇ ਕੀਰਤਨੀਏ ਪਹਾੜ ਉਹਦੀ ਲਹੂ 'ਚ ਘੁਲ ਗਏ, ਕਿਸੇ ਨੂੰ ਪਤਾ ਹੀ ਨਾ ਲੱਗਾ। ਉਹਨੂੰ ਆਉਣ ਵਾਲਾ ਵਕਤ ਸਾਫ਼ ਦਿਸ ਰਿਹਾ ਸੀ। ਜਦ ਅਸ਼ੁਭ ਹੁਨਰ ਦਾ ਲਾਚੜਦਾ ਪਾ ਇਲਮੋ ਬਰਗਸਤਾਨ ਸੱਜਣ, ਜਿਸ ਵੇੜੇ ਖਿੱਤੀਆਂ ਸਰਕਦੀਆਂ, ਤੇਰਾ ਧਰੀਏ ਰੋਜ਼ ਧਿਆਨ ਸੱਜਣ। ਪਹਾੜੀਆਂ ਜ਼ੂਹਾਂ 'ਚ ਰੱਤੇ ਸਨਖੜੇ ਦੀਵਾਨ ਸੱਜਣ ਲੱਗੇ। ਹਵਾ ਰਣਜੀਤ ਨਗਾਰੇ ਦੀਆਂ ਤਾਹਿਰ ਤੜਾਕ ਆਵਾਜ਼ਾਂ ਨਾਲ ਭਰੀ ਰਹਿੰਦੀ। ਜਦੋਂ ਤਵੇਲਿਆਂ ਕੋਲੋਂ ਲੰਘਦਾ ਤਾਂ ਉੱਚੀਆਂ ਪਹਾੜਾਂ ਜਿਹੜੇ ਸੁਲਤਾਨ ਘੋੜੇ ਉਹਦੇ ਅਲਵੇਲੇ ਮਨੁੱਖ ਦੀ ਸਵਾਰੀ ਨੂੰ ਤਰਸਦੇ, ਉਹਨਾਂ ਦੀਆਂ ਹਸੀਨ ਪਿੰਜਰਿਆਂ 'ਚ ਝਰਨਾੜ ਜਿਹੀ ਛਿੜਦੀ। ਸਾਹਿਤ ਫਿਰ ਤੋਂ ਸਬਜ਼ ਮੰਦਰਾਂ ਦੇ ਹੇਠ ਵਸਣ ਲੱਗਾ। ਮਹਾਬਲੀ ਰੇਤਿਆਂ ਦੇ ਪਈਆਂ ਜਨੌਰਾਂ ਦੀਆਂ ਪੈੜਾਂ ਅੱਖਰਾਂ 'ਚ ਦਮਕਣ ਲੱਗੀਆਂ। ਪ੍ਰਾਚੀਨ ਪਹਾੜਾਂ ਤੇ ਜੰਗਲਾਂ ਦੀ ਟਕਸਾਲੀ ਮਹਿਕ ਸ਼ਬਦਾਂ ਵਿੱਚੋਂ ਜਾਗ ਉੱਠੀ। ਤਾਜ਼ਗੀ ਪਸਰਾਈ। ਵੱਡਿਆਂ ਗ੍ਰੰਥਾਂ ਦੇ ਡੂੰਘੇ ਤੇ ਸੌਖੇ ਲੱਥੇ ਹੋਣ ਲੱਗੇ। ਦਿਲਾਵਰ ਸੁਖਨ ਕੁਦਰਤੇ ਨਜ਼ਰ ਦਾ ਜਨਮ ਕੁਦਰਤੇ। ਫਿਰ ਇੱਕ ਦਿਨ ਉਸ ਦੀ ਕਿਰਪਾਨ ਦਾ ਚਾਨਣ ਵਰਸਿਆ। ਤਹਿਜ਼ੀਬ ਨਿਖਰ ਆਈ, ਜ਼ਿਕਾਰਿਆਂ ਨੂੰ ਸੇਧ ਮਿਲ ਗਈ। 5 ਦਮਦਾਰ ਤਖਤ ਛਾਤੀਆਂ 'ਚੋਂ ਆਪ ਵੀ ਉਤਰ ਗਿਆ ਤੇ ਫੈਲਦਾ ਗਿਆ। ਪਿਛਲੇ ਅਨੇਕਾਂ ਸਾਲਾਂ ਦੀ ਗਰਦ ਮਿੱਟੀ ਉੱਤੇ ਹਵਾ ਤੇ ਜੋ ਰਾਸ ਸੀ ਸਮਾਜਿਕ ਤੇ ਧਾਰਮਿਕ ਘਟਨਾਵਾਂ ਦਰਜ ਹੋਈਆਂ, ਉਹ ਇਸੇ ਦਾ ਨਤੀਜਾ ਸੀ। ਉਹਨਾਂ ਹੀ ਭਾਂਤ ਦੇ ਕਣਾਂ 'ਚ ਹੁਣ ਇੱਕ ਨਵਾਂ ਤੇ ਠੋਸ ਆਕਾਰ ਲੈ ਲਿਆ। ਇਸ ਆਕਾਰ ਨੂੰ ਉਹਨੇ ਆਪ ਆਪਣੇ ਤਵੀਬ ਹੱਥਾਂ ਨਾਲ ਗੁੰਨਿਆ। ਤੇੜਾਂ ਲਿਪੀਆਂ ਗਈਆਂ ਤੇ ਖਾਲਸਾ ਪੰਥ ਨੇ ਸਿਰੀ ਚੁੱਕੀ।
ਪੱਗ ਕੱਲੀ ਵੀ, ਪੱਗ ਫੌਜ ਵੀ, ਪੱਗ ਨਿਤਰੇ ਮਨ ਦੀ ਮੌਜ ਵੀ ਹੈ, ਪੱਗ ਸਫਰ ਹੈ, ਜ਼ਫਰ ਹੈ, ਗੀਤ ਵੀ ਹੈ, ਪੱਗ ਨਜ਼ਰ ਵੀ ਹੈ, ਪੱਗ ਨੀਤ ਵੀ ਹੈ, ਪੱਗ ਤਿੜਕਦੇ ਥਿੜਕਦੇ ਨੇਤਰਾਂ 'ਚ ਉੱਟੀ ਇੱਕ ਰੂਹਾਨੀ ਤਾਨ ਵੀ ਹੈ, ਪੱਗ ਦੇਗ ਵੀ ਹੈ, ਪੱਗ ਤੇਗ ਵੀ ਹੈ, ਪੱਗ ਧਰਤ ਵੀ ਅਸਮਾਨ ਵੀ ਹੈ। ਸ਼ੀਸ਼ੀਆਂ ਵੀ ਕਦੇ ਧੁੱਪਾਂ ਨੂੰ ਭਰ ਸਕੀਆਂ, ਹਵਾ ਦੀਆਂ ਬੈਠਕਾਂ 'ਚ ਚਾਨਣ ਦੇ ਸ਼ਮਲੇ ਲਹਿਰਾਏ। ਉਹਦੀਆਂ ਨਿਸਰੀ ਤਬੀਅਤਾਂ ਨੇ ਉਹਨੂੰ ਸਾਰੀ ਮਨੁੱਖਤਾ ਦਾ ਹਮਦਰਦ ਬਣਾ ਦਿੱਤਾ ਤੇ ਗੀਤਾਂ ਪਾਲੀ ਇਸ ਧਰਤੀ ਦਾ ਸਰਬ ਸਾਂਝਾ ਗੁਰੂ। ਜਦੋਂ ਇਸ਼ਕ ਜਨਮ ਲੈਂਦਾ ਤਾਂ ਕਿਵੇਂ ਅੰਗਾਂ ਨੇ ਨਕਸ਼ੇ ਬਦਲੇ ਨੇ ਤੇ ਕਿਵੇਂ ਕੰਗਰੋੜਾਂ ਬਾਗੀ ਹੋ ਕੇ ਮਿੱਥੇ ਕਾਰਜ ਨੇਪਰੇ ਚਾੜ੍ਹਦੀਆਂ ਨੇ। ਇਹ ਸਭ ਉਸ ਦੌਰ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਉਹ ਆਪਣੇ ਸਾਧਾਂ ਜਿਹੇ ਤੀਰਾਂ ਨਾਲ ਕਾਗਦਾਂ ਤੇ ਨਮਸਤੰ ਨਮਸਤੰ ਬਾਉਂਦਾ ਰਿਹਾ। ਇਹੀ ਸ਼ਬਦ ਕਾਗਜ਼ਾਂ ਤੋਂ ਉੱਠ ਕੇ ਟਿੱਬੀਆਂ ਤੇ ਚੜ੍ਹ ਕੇ ਕੌਮ ਦੀ ਰਹਿਨਮਾਈ ਕਰਦੇ ਰਹੇ। ਤਾੜੀਆਂ ਮਾਰਦੇ ਨਿਰਭਉ ਹੋ ਕੇ ਗੜੀਆਂ ਚੋਂ ਨਿਕਲਦੇ ਰਹੇ। ਮਰਦੇ ਮੈਦਾਨ ਬਣ ਕੇ ਫਤਿਹ ਹਾਸਲ ਕਰਦੇ ਰਹੇ। ਜੂਹਾਂ ਕਿਲੇ ਨਗਰ ਖੇੜੇ ਟੱਬਰ ਗੱਦੀਆਂ ਬੁੰਗਿਆਂ ਨੂੰ ਪਿੱਛੇ ਛੱਡਦੇ ਰਹੇ। ਓਏ ਕੰਜ ਲਾਉਂਦੇ ਗਏ, ਭਾਣਾ ਮੰਨਦੇ ਰਹੇ। ਇਹ ਸ਼ਬਦ ਮਾਛੀਵਾੜੀ ਦੀਆਂ ਵਲਗਣਾਂ 'ਚ ਵੀ ਨੱਚਦੇ ਰਹੇ ਤੇ ਫੇਰ ਆ ਕੇ ਪੰਗਤੀਆਂ ਵਿੱਚ ਸਜ ਗਏ। ਪੁਰਖਿਆਂ ਦੇ ਲਹੂ ਨੂੰ ਤੱਕਦਾ ਰਿਹਾ, ਹੈਰਾਨ ਵੀ ਹੁੰਦਾ ਰਿਹਾ। ਵਾਤਨ ਫਕੀਰੀ ਜ਼ਾਹਿਰ ਅਮੀਰੀ ਦੇ ਬੋਲ ਹਵਾ ਦੀਆਂ ਤਹਿਆਂ 'ਚ ਗੂੰਜਦੇ ਰਹੇ। ਚਾਰੇ ਪੁੱਤਰਾਂ ਨੂੰ ਚਾਰੇ ਦਿਸ਼ਾਵਾਂ ਦੇ ਹਵਾਲੇ ਕਰਕੇ ਉਹ ਜ਼ਫਰਨਾਮੇ ਉਸਾਰਦਾ ਰਿਹਾ। ਧਮਕ ਐਸੀ ਪਈ ਕਿ ਸ਼ਾਹੀ ਪਿਆਲੇ ਟੁੱਟ ਗਏ। ਮੁਗਲਾਂ ਦੇ ਤੰਬੂ ਕਨਾਤਾਂ ਹਵਾ 'ਚ ਉੱਡਣ ਲੱਗੇ। ਸਰਗੀਆਂ ਦੇ ਨਿਖਰੇ ਸੂਰਜ ਨੇ ਪੈਲ ਪਾਈ। ਅੰਬਰਾਂ ਦੀ ਚੱਦ ਤੇ ਸ਼ਾਹ ਫਕੀਰੀਆਂ ਦੇ ਤੋਪੇ ਭਰਦਾ ਪਰਮਪੁਰਖਾ ਦਾ ਸਰਵਰੇ ਕਾਇਨਾਤ ਧੁੱਪਾਂ 'ਚ ਘੁਲ ਗਿਆ। ਸਰਸਾ ਦੇ ਪਾਣੀ ਹੁਣ ਵੀ ਉੱਠ ਕੇ ਉਹਨੂੰ ਤੱਕਦੇ ਨੇ। ਉਹ ਹੁਣ ਵੀ ਉੱਚੇ ਹਾਸੇ ਹੱਸਦਾ ਆਪਣੀ ਮਾਂ ਨੂੰ ਮਿੱਠੀਆਂ ਕਰਦਾ। ਡੂੰਘੀਆਂ ਨਲੱਤਣਾ ਵੱਲੀ ਵੇਖਦਾ। ਤੀਰਾਂ ਤਲਵਾਰਾਂ ਨੂੰ ਕਸ ਕੇ ਪਕੜਦਾ। ਘੋੜਿਆਂ ਨਾਲ ਦੌੜਾਂ ਲਗਾਉਂਦਾ। ਨਾ ਤਾਂ ਪਾਣੀਆਂ ਦੀ ਲਿਸ਼ਕ ਘਟੀ, ਨਾ ਪਹਾੜੀਆਂ ਦਾ ਰੰਗ ਉਤਰਿਆ, ਨਾ ਹੀ ਧਰਤੀ ਦੇ ਪਿੰਡੇ ਤੋਂ ਉਹਦੀਆਂ ਬੇਪਰਵਾਹਾਂ ਪੈੜਾਂ ਮਿਟ ਸਕੀਆਂ। ਉਹਦੇ ਤੀਰਾਂ ਦੀਆਂ ਚੁੰਝਾਂ ਅੱਜ ਵੀ ਖਾਕ ਬਣ ਕੇ ਹਵਾ 'ਚ ਉੱਡਦੀਆਂ। ਕਲੰਗੀਆਂ ਲਹਿਰਾਉਂਦੀਆਂ ਨੇ। ਵਾਜ ਧਰਤੀ ਤੇ ਉਤਰਦੇ ਨੇ। ਹੁਣ ਵੀ ਡੂੰਘੇ ਜੰਗਲ 'ਚੋਂ ਅਕਾਲ ਉਸਦੇ ਦੇ ਆਵਾਜ਼ੇ ਉੱਠਦੇ ਨੇ। ਤੂੰ ਹੀ 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 ਜੋ ਗੋਬਿੰਦ ਕੀਆ ਭਲਾ ਕੀਆ। ਮੈਂ ਕੋਸ਼ਿਸ਼ ਕੀਤੀ ਹੈ ਉਸ ਸਾਹਿਬ ਆਲਮ ਦੀ ਉਸਤਤ ਦੇ ਵਿੱਚ ਕੁਝ ਸ਼ਬਦ ਬੋਲ ਸਕਾਂ। ਲਿਖਿਆ ਬਹੁਤ ਸੋਹਣਾ ਹੈ, ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਵਾਰ ਤੁਹਾਨੂੰ ਸੁਣਾਇਆ। ਜਿੰਨੀ ਵਾਰ ਇਸ ਨੂੰ ਪੜ੍ਹੋ ਤੁਸੀਂ ਮਹਿਸੂਸ ਕਰਦੇ ਹੋ ਕਿ ਸਾਹਿਬ ਦੇ ਬਾਜ ਹਲੇ ਵੀ ਅਨੰਦਪੁਰ ਸਾਹਿਬ ਉੱਡਦੇ ਆ। ਉਹਦੇ ਨੀਲੇ ਦੇ ਜਿਹੜੇ ਸੁੰਬ ਹਲੇ ਵੀ ਖੜਕਦੇ ਆ। ਬਾਜਾਂ ਨੇ ਦਰਸ਼ਨ ਦਿੱਤੇ ਸੀ 84 ਦੇ ਵੇਲੇ। ਮਹਿਲਾਂ ਤੇ ਬਹਿ ਗਏ ਬਾਜ, ਮੁੜ ਕੇ ਯੋਧਿਆਂ ਦੇ ਮੋਢਿਆਂ ਤੇ ਬਹਿ ਗਏ ਬਾਜ।